ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ ਗਾਵਤ ਉਦਰਹਿ ਸੁਣਤੇ ਉਦਰਹਿ ਬਿਨ ਸੇ ਪਾਪ ਕਨੇਰੇ। ਪਸ਼ੂ ਪਰੇਤ ਮੁਗਧ ਕੋ ਤਾਰੈ ਪਾਹਣ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ। ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੈ। ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ। ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੈ। ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮੈ ਇੰਦਰ ਮਹੇਸ਼ ਨ ਜਾਣੀ।
ਸਤਿਗੁਰ ਅਲਖ ਕਹੋ ਕਿਉ ਲਖੀਐ। ਜਿਸ ਬਖਸ਼ੇ ਤਿਸਹਿ ਪਛਾਤਾ ਹੈ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਗੁਰਬਾਣੀ ਸਿਉ ਪ੍ਰੀਤ ਸੁਪਰਸਨ। ਅਹਨਿਸ ਨਿਰਮਲ ਜੋਤ ਸਬਾਈ। ਘਟ ਦੀਪਕ ਗੁਰਮੁਖ ਜਾਤਾ ਹੈ। ਭੋਜਨ ਗਿਆਨ ਮਹਾਰਸ ਮੀਠਾ। ਜਿਨ ਚਾਖਿਆ ਤਿਨ ਦਰਸ਼ਨ ਡੀਠਾ। ਦਰਸ਼ਨ ਦੇਖ ਮਿਲੇ ਬੈਰਾਗੀ। ਮਨ ਮਨਸਾ ਮਾਰ ਸਮਾਤਾ ਹੈ। ਸਤਿਗੁਰ ਸੇਵਹਿ ਸੇ ਪ੍ਰਧਾਨਾ। ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ। ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ। ਸਤਿਗੁਰ ਸੇਵਹਿ ਸੇ ਪ੍ਰਧਾਨਾ। ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ। ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਮਨੁੱਖਤਾ ਦੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਸੋਲ੍ਹੇ ਬਾਣੀ ਦੇ ਵਿੱਚੋਂ ਆਪ ਜੀ ਸ਼ਰਵਣ ਕਰਦੇ ਆ ਰਹੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ 12 ਪਦਿਆਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਜੀ ਅਗਲੀ ਪੌੜੀ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ
ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 1032 ਅੰਕ ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਜਗਿਆਸੂ ਜਨ ਸਤਿਗੁਰ ਦੇ ਚਰਨਾਂ 'ਚ ਸਵਾਲ ਕਰਦੇ ਹਨ ਤੇ ਗੁਰੂ ਪਾਤਸ਼ਾਹ ਜੀ ਅੱਗੋਂ ਉਹਨਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਨੇ। ਜਗਿਆਸੂ ਜਨਾਂ ਦੀ ਸ਼ੰਕਾ ਨੇ ਹੁਣ ਨਿਵਰਤ ਕਰਦੇ ਹਨ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਗਈ ਕਿ ਪਾਤਸ਼ਾਹ ਜੇ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ, ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ, ਫਿਰ ਗੁਰੂ ਦੀ ਕੀ ਲੋੜ ਹੈ? ਗੁਰੂ ਕਾਹਦੇ ਲਈ ਹੈ? ਤੇ ਸਤਿਗੁਰੂ ਫਿਰ ਉੱਤਰ ਦਿੰਦੇ ਨੇ, ਗੁਰੂ ਜਿਹੜਾ ਹੈ ਉਹ ਭੁੱਲਿਆਂ ਨੂੰ ਮਾਰਗ ਪਾਉਣ ਵਾਲਾ। ਜਿਵੇਂ ਅਸੀਂ ਕਿਸੇ ਦੁਨਿਆਵੀ ਬਾਦਸ਼ਾਹ ਨੂੰ ਮਿਲਣਾ ਹੋਵੇ ਨਾ, ਤੇ ਕਿਸੇ ਰਾਜੇ ਮਹਾਰਾਜ ਨੂੰ ਮਿਲਣ ਵਾਸਤੇ ਕੋਈ ਨਾ ਕੋਈ ਬੰਦਾ ਵਿੱਚ ਪਾਉਣਾ ਪੈਂਦਾ ਹੈ। ਤੇ ਇਸੇ ਤਰ੍ਹਾਂ ਕੋਈ ਵਜ਼ੀਰ ਪਾ ਲਿਆ, ਕੋਈ ਸੈਨਾਪਤੀ ਪਾ ਲਿਆ, ਜਿਹਦੇ ਰਾਹੀਂ ਗੁਰੂ ਸਵਾਰੇ ਆਪਾਂ ਬਾਦਸ਼ਾਹ ਨੂੰ ਮਿਲ ਸਕਦੇ ਹਾਂ। ਤੇ ਪਰਮੇਸ਼ਰ ਰੂਪੀ ਜਿਹੜਾ ਬਾਦਸ਼ਾਹ ਨਾ, ਉਹ ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਾ ਮਹਾਨ, ਉਹਦਾ ਐਡਾ ਵੱਡਾ ਹੈ। ਤੇ ਉਸ ਰਾਜ ਪਰਮੇਸ਼ਰ ਰੂਪੀ ਰਾਜੇ ਨੂੰ ਮਿਲਣ ਵਾਸਤੇ ਸਾਨੂੰ ਗੁਰੂ ਨੂੰ ਵਿੱਚ ਵਿਚੋਲਾ ਪਾਉਣਾ ਪਵੇਗਾ। ਜਿਵੇਂ ਵਿਚੋਲੇ ਦਾ ਕੰਮ ਕੀ ਹੁੰਦਾ ਕਿ ਲੜਕਾ ਲੜਕੀ ਦਾ ਰਿਸ਼ਤਾ ਦੋਨਾਂ ਪਰਿਵਾਰਾਂ ਦਾ ਮਿਲਾਪ ਕਰਾ ਦਿੰਦਾ, ਤੇ ਲੜਕੀ ਵਾਲੇ ਔਗਣ ਵੀ ਉਹ ਢੱਕ ਲੈਂਦਾ, ਤੇ ਜੇ ਲੜਕੇ ਵਾਲੇ 'ਚ ਗੁਣ ਔਗਣ ਹੋਣ ਤੇ ਉਹਨੂੰ ਵੀ ਢੱਕ ਲੈਂਦਾ ਹੈ। ਤੇ ਗੁਰੂ ਵਿੱਚ ਵੀ ਇਹੀ ਕੰਮ ਹੈ, ਗੁਰੂ ਇਹੀ ਕਰਦਾ, ਸਿੱਖ ਦੇ ਕੀਤੇ ਹੋਏ ਔਗਣਾਂ ਨੂੰ, ਗੁਨਾਹਾਂ ਨੂੰ ਸਤਿਗੁਰੂ ਜੀ ਨਾਮ ਅੰਮ੍ਰਿਤ ਦੇ ਕੇ, ਸੇਵਾ ਸਿਮਰਨ ਦੇ ਕੇ ਸਤਿਗੁਰੂ ਢੱਕ ਲੈਂਦੇ ਨੇ। ਸਿੱਖ ਨੂੰ ਫਿਰ ਭੁੱਲੇ ਨੂੰ, ਕੁਮਾਰਗ ਪੇ ਨੂੰ ਪਾਤਸ਼ਾਹ ਜੀ ਮਾਰਗ ਪਾ ਦਿੰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ, ਭੁੱਲੇ ਸਿੱਖ ਗੁਰੂ ਸਮਝਾਏ। ਭੁੱਲੇ ਹੋਇਆਂ ਨੂੰ, ਜਿਹੜੇ ਸਿੱਖ ਨੇ, ਹੈ ਗੁਰੂ ਦੇ ਸਿੱਖ ਨੇ ਪਰ ਆਪਣੇ ਮਾਰਗ ਤੋਂ, ਮੰਜ਼ਿਲ ਤੋਂ ਭੁੱਲ ਗਏ ਨੇ, ਉਹਨਾਂ ਨੂੰ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਗੁਰੂ ਪਾਤਸ਼ਾਹ ਜੀ ਨੂੰ ਸਮਝਾਉਂਦੇ ਹਨ ਕਿ ਭਾਈ ਨਹੀਂ, ਇਹ ਨਹੀਂ ਆ ਰਾਹ। ਜਿਸ ਮਾਰਗ 'ਤੇ ਤੂੰ ਚੱਲਦਾ ਜਾ ਰਿਹਾ ਨਾ, ਇਹ ਮਾਰਗ ਬਦੀ ਵਾਲਾ ਹੈ, ਇਹ ਮਾਰਗ ਝੂਠ ਵਾਲਾ ਹੈ। ਇਸ ਮਾਰਗ 'ਤੇ ਚੱਲਣ ਦੇ ਨਾਲ ਤੈਨੂੰ ਘਾਟਾ ਪਵੇਗਾ। ਸਿੱਖਾ, ਤੂੰ ਇਸ ਮਾਰਗ 'ਤੇ ਚੱਲਣਾ ਕਰ, ਨੇਕੀ ਵਾਲੇ ਮਾਰਗ 'ਤੇ ਚੱਲ। ਨੇਕੀ ਵਾਲੇ ਮਾਰਗ 'ਤੇ ਚੱਲਣ ਨਾਲ ਤੈਨੂੰ ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਤੇ ਪਰ ਪੂਰਨ ਗੁਰੂ ਮਿਲਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ। ਹਰ ਇੱਕ ਨੂੰ ਗੁਰੂ ਸਵਾਰੇ, ਗੁਰੂ ਦੇ ਦੀਦਾਰ ਨਹੀਂ ਹੁੰਦੇ, ਹਰ ਇੱਕ ਨੂੰ ਗੁਰੂ ਨਹੀਂ ਮਿਲਦਾ। ਸਾਡੇ ਉੱਤੇ ਬੜੀ ਬਖਸ਼ਿਸ਼ ਹੈ ਕਿ ਸਾਨੂੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਮਾਪਾ ਰੂਪ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਪ੍ਰਾਪਤ ਹੋਏ ਨੇ, ਜਿਹੜੇ ਪੂਰਨ ਹਨ। ਕਿਉਂਕਿ ਪੂਰਾ ਗੁਰੂ ਮਿਲ ਗਿਆ ਤੇ ਜੀਵ ਦਾ ਜੀਵਨ ਪੂਰਾ ਹੋ ਗਿਆ, ਜੀਵ ਨੂੰ ਸਫਲਤਾ ਮਿਲ ਗਈ। ਜੇ ਅਧੂਰਿਆਂ ਦੇ ਲੜ ਲੱਗਾਂਗੇ ਤੇ ਡੁੱਬ ਜਾਵਾਂਗੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਭੂਲੇ ਸਿੱਖ ਗੁਰੂ ਸਮਝਾਏ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਗੁਰੂ ਤਾਂ ਐਸਾ ਹੈ, ਭੁੱਲਿਆਂ ਨੂੰ ਮਾਰਗ ਪਾਉਣ ਵਾਲਾ, ਤੇ ਉੱਜੜ ਜਾਂਦੇ ਮਾਰਗ ਪਾਏ।
ਜਿਹੜੇ ਉਜੜੇ ਪਏ ਨੇ, ਕੁਰਾਹੇ ਪਏ ਜਾ ਰਹੇ ਹਨ, ਉਹਨਾਂ ਨੂੰ ਫਿਰ ਗੁਰੂ ਦੱਸਦਾ ਕਿ ਨਹੀਂ, ਆਹ ਰਾਹ 'ਤੇ ਚੱਲੋ। ਇਸ ਰਾਹ 'ਤੇ ਚੱਲਣ ਦੇ ਨਾਲ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਗੁਰੂ ਆਖਦਾ ਕਿ ਸਿੱਖਾ ਸੱਚ ਦਾ ਬੰਧੀ ਬਣ, ਸੱਚ ਦਾ ਉਪਾਸ਼ਕ ਬਣਨਾ ਕਰ, ਅਤੇ ਫਿਰ ਤੈਨੂੰ ਤੇਰੇ ਸੰਸਾਰ ਤੁਝੀ ਉਸਤਤ ਕਰੇਗਾ, ਵਡਿਆਈ ਕਰੇਗਾ। ਤੂੰ ਪ੍ਰਭੂ ਦੀ ਵਡਿਆਈ ਕਰ, ਪਰਮਾਤਮਾ ਨੇ ਤੇਰੀ ਵਡਿਆਈ ਸੰਸਾਰ ਵਿੱਚ ਕਰਾ ਦੇਣੀ ਹੈ। ਇਸ ਕਰਕੇ ਗੁਰੂ ਇਹੋ ਜਿਹਾ ਜਿਹੜਾ ਉਜੜਿਆ ਹੋਇਆਂ ਨੂੰ ਮਾਰਗ ਪਾਉਣ ਵਾਲਾ ਹੈ, ਅਤੇ ਇੰਨੀ ਸਮਰੱਥਾ ਗੁਰੂ ਦੇ ਵਿੱਚ। ਤਾਂ ਇਹ ਭੱਟ ਸਾਹਿਬਾਨ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, ਕਹਿੰਦੇ ਨੇ, ਜਾਮ ਗੁਰੂ ਹੋਏ ਬਲ, ਧਨੇ ਕਿਆ ਗਾਰ ਬਤੀਜੇ। ਜਾਮ ਗੁਰੂ ਹੋਏ ਬਲ, ਲੱਖ ਬਾਹੇ ਕਿਆ ਕੀਜੇ। ਜਾਮ ਗੁਰੂ ਹੋਏ ਬਲ, ਗਿਆਨ ਅਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਬਲ, ਸ਼ਬਦ ਸਾਖੀ ਸੋ ਸੱਚੈ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭੱਟ ਬੇਨਤ ਕਹਿ। ਜੋ ਗੁਰੂ ਨਾਮ ਰਿਦ ਮਹਿ ਧਰੈ, ਸੇ ਜਨਮ ਮਰਨ ਦੋਹ ਥੇ ਰਹੈ। ਜਿਨ੍ਹਾਂ ਨੇ ਭਾਈ ਗੁਰੂ ਦਾ ਨਾਮ ਆਪਣੇ ਰਿੱਧ ਹਿਰਦੇ ਅੰਦਰ ਧਾਰਨ ਕੀਤਾ ਨਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਨੇ। ਦੇਖੋ, ਇਹੋ ਜਿਹੇ ਸਿੱਖ ਗੁਰੂ ਪਾਤਸ਼ਾਹ ਬਹੁਤ ਸਾਰੇ ਹਨ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਕਮਾਇਆ, ਕਮਾ ਕੇ ਗੁਰੂ ਸਰ ਸਦੀਵੀ ਕਾਲੀ ਅਮਰ ਹੋ ਗਏ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਅਨਨ ਪਿਆਰੇ ਸੇਵਕ, ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਦੇ ਅਸਥਾਨ 'ਤੇ ਮਨਾਇਆ ਜਾ ਰਿਹਾ। ਕੱਲ੍ਹ ਤੋਂ ਪ੍ਰਾਰੰਭ ਹੋਇਆ, ਕੱਲ੍ਹ ਨੂੰ ਸਮਾਪਤੀ ਹੈ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਐਸੀ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣਾ ਸਭ ਕੁਝ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਸੀ। ਇੱਕ ਵੀ ਕਦਮ ਗੁਰੂ ਦੀ ਆਗਿਆ ਤੋਂ ਬਿਨਾਂ ਨਹੀਂ ਪੁੱਟਦੇ ਸਨ। ਅਤੇ ਇੰਨੇ ਵੱਡੀ ਕਿਸਮਤ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕੀਤੇ। ਦੇਖੋ, ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਬੜਾ ਸਤਿਕਾਰ ਕਰਦੇ ਹੁੰਦੇ ਸਨ। ਕਿਉਂਕਿ ਜੇਕਰ ਆਪਾਂ ਇਤਿਹਾਸ ਨੂੰ ਬਾਚ ਕੇ ਦੇਖੀਏ ਨਾ, ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਵਿੱਚ ਆਪਣੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਰਹਿੰਦੇ ਸਨ, ਅਤੇ ਇਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ, ਜਿਨ੍ਹਾਂ ਨੇ ਸ਼੍ਰੀ ਅਰਜਨ ਦੇਵ ਮਹਾਰਾਜ ਨੂੰ ਕਈ ਵਾਰੀ ਆਪਣੀ ਗੋਦ ਚੁੱਕਿਆ, ਖਿਡਾਉਣਾ ਕੀਤਾ ਸੀ। ਅਤੇ ਉਸ ਮਹਾਨ ਸ਼ਖਸੀਅਤ ਦਾ ਅੱਜ ਗੁਰੂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ। ਜਦੋਂ ਉਹ ਉਸ ਯਾਦ ਨੂੰ ਸਮਰਪਿਤ, ਜਦੋਂ ਜਗਤ ਮਾਤਾ ਗੰਗਾ ਜੀ ਪੁੱਤਰ ਪ੍ਰਾਪਤੀ ਦੇ ਲਈ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚੇ ਸਨ, ਬਾਬਾ ਜੀ ਨੇ ਫਿਰ ਵਰ ਦੇਣਾ ਕੀਤਾ ਸੀ। ਆਓ ਆਪਾਂ ਕੁਝ ਸਮੇਂ ਲਈ, ਜਿਵੇਂ ਮਾਤਾ ਗੰਗਾ ਜੀ ਸਤਿਗੁਰੂ ਪਾਤਸ਼ਾਹ ਦੇ ਕੋਲ ਪਹੁੰਚੇ ਨੇ, ਸਤਿਗੁਰੂ ਨੇ ਅੱਗੋਂ ਹੁਕਮ ਕੀਤਾ, ਫਿਰ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਕਿਵੇਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੰਸਾਰ ਵਿੱਚ ਆਉਣਾ ਹੁੰਦਾ, ਉਹ ਇਤਿਹਾਸ ਆਪਾਂ ਕੁਝ ਸਮੇਂ ਦੀ ਬਚਨਾ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਤੇ ਮਾਤਾ ਗੰਗਾ ਜੀ ਦੀ ਸ਼ਾਦੀ ਹੋਇਆਂ ਨੂੰ ਕਈ ਸਾਲ ਲੰਘ ਚੁੱਕੇ ਸਨ, ਅਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਭਤੀਜੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਬੜਾ ਪਿਆਰ ਕਰਦੇ ਸੀ। ਮਿਹਰਬਾਨ ਦੇ ਨਾਲ ਸਤਿਗੁਰੂ ਨਾਲ ਪਿਆਰ ਕਰਨਾ, ਉਹਨੂੰ ਕੀਮਤੀ ਵਸਤਰ ਬਣਾਉਣੇ, ਗਹਿਣੇ ਬਣਾਉਣੇ। ਅਤੇ ਇਸ ਤਰ੍ਹਾਂ ਇੱਕ ਦਿਨ ਪਤੀ
ਜਿਹੜਾ ਪ੍ਰਿਥੀ ਚੰਦ ਤੇ ਬੀਬੀ ਕਰਮੂ ਆਪਸ ਵਿੱਚ ਝਗੜਨ ਲੱਗ ਪਏ। ਜਦੋਂ ਮਾਤਾ ਗੰਗਾ ਜੀ ਨੇ ਜਿਹੜੇ ਸਿਆਲਾਂ ਜਿਹੜੋਂ ਰੁੱਤ ਬਦਲੀ ਹੈ, ਰੁੱਤ ਬਦਲਣ ਦੇ ਨਾਲ ਮਾਤਾ ਜੀ ਨੇ ਧੁੱਪ ਲਵਾਉਣ ਵਾਸਤੇ ਕੀਮਤੀ ਵਸਤਰ ਧੁੱਪੇ ਪੁਆਣਾ ਕੀਤੇ। ਤੇ ਹੁਣ ਸਾਹਮਣੇ ਸ਼ਰੀਕਾਂ ਨੇ ਦੇਖਿਆ ਕਰਮੋਂ ਸੜ ਬੜ ਗਈ। ਘਰ ਵਿੱਚ ਪ੍ਰਿਥੀ ਚੰਦ ਆਇਆ। ਪ੍ਰਿਥੀ ਚੰਦ ਨੂੰ ਕਹਿਣ ਲੱਗੀ, ਤੁਹਾਡੀ ਨਲਾਇਕੀ ਕਰਕੇ ਸਾਨੂੰ ਗੁਰਗੱਦੀ ਪ੍ਰਾਪਤ ਨਹੀਂ ਹੋਈ। ਜਿਹੜੇ ਪਦਾਰਥ ਅੱਜ ਸ਼ਰੀਕਾਂ ਦੇ ਘਰ ਹਨ ਉਹ ਸਾਡੇ ਘਰ ਹੋਣੇ ਸੀ, ਮੈਂ ਇਹਦੀ ਮਾਲਕਨ ਹੋਣਾ ਸੀ। ਕਹਿੰਦੇ ਨੇ ਪ੍ਰਿਥੀ ਚੰਦ ਨੇ ਅੱਗੋਂ ਆਪਣੀ ਘਰਵਾਲੀ ਦੇ ਇਹ ਬੋਲ ਸੁਣੇ। ਪ੍ਰਿਥੀ ਚੰਦ ਕਹਿਣ ਲੱਗਿਆ, ਕੋਈ ਗੱਲ ਨਹੀਂ ਭਾਗਵਾਨ ਨੇ, ਫਿਰ ਕੀ ਹੋ ਗਿਆ, ਜੇ ਮੈਂ ਗੁਰੂ ਨਹੀਂ ਬਣਿਆ ਕੋਈ ਗੱਲ ਨਹੀਂ। ਤੈਨੂੰ ਪਤਾ ਗੁਰੂ ਅਰਜਨ ਦੇ ਮਹਾਰਾਜ ਮੇਰੇ ਭਰਾਤਾ ਜੀ ਤੇ ਮਾਤਾ ਗੰਗਾ ਜੀ, ਇਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਹੈ, ਇਹ ਸੰਸਾਰ ਤੋਂ ਉਤਰੇ ਜਾਣਗੇ ਤੇ ਸਾਡਾ ਪੁੱਤਰ ਮਿਹਰਬਾਨ ਗੁਰੂ ਬਣ ਜਾਵੇਗਾ। ਜਿੰਨੇ ਵੀ ਪਦਾਰਥ ਨੇ ਉਹ ਸਾਰੇ ਸਾਡੇ ਕੋਲ ਆ ਜਾਣੇ ਨੇ। ਬੀਬੀ ਕਰਮੋ ਨੂੰ ਦਿਲਾਸਾ ਦੇਣਾ ਕੀਤਾ ਤੇ ਇੱਧਰੋਂ ਕਰਮੋ ਦੀ ਦਾਸੀ ਉਹਨੇ ਸਾਰੀ ਇਹ ਘਟਨਾ ਆਪਣੇ ਕੰਨਾਂ ਨਾਲ ਸੁਣੀ, ਦੇਖੀ ਹੈ, ਸੁਣੀ ਹੈ। ਇੱਧਰੋਂ ਗੁਰੂ ਸਵਾਰਿਓ ਮਾਤਾ ਗੰਗਾ ਜੀ ਦੀ ਦਾਸੀ ਸੇਵਕਾਣੀ ਤੇ ਬੀਬੀ ਕਰਮੋਂ ਦੀ ਸੇਵਕਾਣੀ ਦਾਸੀ, ਦੋਨਾਂ ਦਾ ਝਗੜਾ ਹੋ ਗਿਆ। ਝਗੜਾ ਹੋਇਆ ਤੇ ਬੀਬੀ ਕਰਮੋਂ ਦੀ ਦਾਸੀ ਨੇ ਤਾਨਾ ਮਾਰਿਆ, ਕਹਿਣ ਲੱਗੀ ਜਿੰਨੇ ਵੀ ਤੁਹਾਡੇ ਘਰ ਦੇ ਪਦਾਰਥ ਨੇ ਨਾ ਇਹ ਸਾਰੇ ਸਾਡੇ ਘਰ ਆ ਜਾਣੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪਤੀ, ਮੇਰਾ ਮਾਲਕ ਹੈ ਨਾ, ਮੇਰਾ ਮਾਲਕ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ ਉਹ ਗੁਰੂ ਬਣੇਗਾ ਤੇ ਗੁਰੂ ਅਰਜਨ ਦੇ ਮਹਾਰਾਜ ਤੇ ਧੰਨ ਮਾਤਾ ਗੰਗਾ ਜੀ ਸੰਸਾਰ ਤੋਂ ਉਤਰੇ ਜਾਣਗੇ। ਇਹ ਆਪਣੇ ਮੁੱਖੋਂ ਆਖਿਆ, ਆਖ ਕੇ ਚਲੀ ਗਈ। ਤੇ ਦਾਸੀ ਜਿਹੜੀ ਹੈ ਉਹ ਮਾਤਾ ਗੰਗਾ ਜੀ ਦੀ ਸੇਵਕਾਣੀ, ਸ਼ਰਧਾ ਭਾਵਨ ਰੱਖਣ ਵਾਲੀ, ਬੜਾ ਪ੍ਰੇਮ ਕਰਦੀ ਸੀ ਮਾਤਾ ਜੀ ਨਾਲ, ਗੁਰੂ ਅਰਜਨ ਦੇਵ ਸ਼ਰਧਾ ਸੀ। ਜਦੋਂ ਘਰ ਵਿੱਚ ਆਈ ਤੇ ਘਰ ਦਾ ਸਾਰਾ ਕੰਮ ਕਰਦੀ ਹੈ ਤੇ ਨਾਲੇ ਅੱਖਾਂ ਵਿੱਚੋਂ ਹੰਝੂ ਕੇਰ ਰਹੀ ਹੈ। ਮਾਤਾ ਗੰਗਾ ਜੀ ਨੇ ਪੁੱਛਿਆ, ਕਹਿਣ ਲੱਗੇ ਕੀ ਗੱਲ ਹੈ, ਤੂੰ ਇਸ ਤਰ੍ਹਾਂ ਬਰਾਕ ਕਿਉਂ ਕਰ ਰਹੀ ਹੈ? ਫਿਰ ਸਾਰੀ ਘਟਨਾ ਦੱਸੀ ਕਿ ਇਸ ਤਰ੍ਹਾਂ ਜਿਹੜੇ ਸ਼ਰੀਕ ਨੇ ਤੁਹਾਨੂੰ ਤਾਨੇ ਦਿੰਦੇ ਨੇ, ਪ੍ਰਿਥੀ ਚੰਦ ਨੇ ਇਸ ਤਰ੍ਹਾਂ ਆਖਣਾ ਕੀਤਾ ਕਿ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਸੰਸਾਰ ਤੋਂ ਸੰਤਾਨ ਤੋਂ ਬਿਨਾਂ ਹੀ ਜਾਣਗੇ। ਜਦੋਂ ਇਹ ਸੁਣਿਆ ਤੇ ਗੁਰੂ ਸਵਾਰੇ, ਹੁਣ ਕਈ ਸਾਲ ਹੋ ਗਏ ਸਨ ਸ਼ਾਦੀ ਹੋਇਆਂ ਨੂੰ, ਘਰ ਵਿੱਚ ਪੁੱਤਰ ਨਹੀਂ ਹੋਇਆ, ਬੱਚਾ ਨਹੀਂ ਹੋਇਆ, ਜਿਸ ਕਰਕੇ ਮਾਤਾ ਜੀ ਨੂੰ ਦੁੱਖ ਲੱਗਿਆ। ਉਧਰ ਸੋਚਦੇ ਨੇ ਕਿ ਹੁਣ ਮੈਂ ਸਤਿਗੁਰ ਦੇ ਚਰਨਾਂ 'ਚ ਆ ਕੇ ਬੇਨਤੀ ਕਰਨੀ ਹੈ, ਇਹ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ। ਸਾਰਿਆਂ ਦੀਆਂ ਝੋਲੀਆਂ ਸਤਿਗੁਰੂ ਭਰਦੇ ਨੇ, ਕਿਸੇ ਨੂੰ ਦੁੱਧ ਦਿੰਦੇ ਨੇ, ਕਿਸੇ ਨੂੰ ਪੁੱਤ ਦਿੰਦੇ ਨੇ, ਕਿਸੇ ਨੂੰ ਕਾਰੋਬਾਰ ਦਿੰਦੇ ਨੇ, ਤੇ ਸਤਿਗੁਰੂ ਮੇਰੀ ਵੀ ਭਾਵਨਾ ਪੂਰੀ ਕਰਨਗੇ। ਅੱਜ ਮੈਂ ਸਤਿਗੁਰ ਤੋਂ ਮੰਗਣਾ, ਪਹਿਲਾਂ ਕਦੇ ਨਹੀਂ ਮੰਗਿਆ। ਕਹਿੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਸ਼ਾਮ ਵੇਲੇ ਜਦੋਂ ਘਰ ਪਹੁੰਚੇ ਨਾ, ਗੁਰੂ ਕੇ ਮਹਿਲ ਅਸਥਾਨ ਬਣਿਆ ਅੰਮ੍ਰਿਤਸਰ ਦੀ ਧਰਤੀ ਤੇ, ਉੱਥੋਂ ਦੀ ਇਹ ਘਟਨਾ ਹੈ। ਤੇ ਮਾਤਾ ਗੰਗਾ ਜੀ ਨੇ ਸਤਿਗੁਰ ਦੇ ਅੱਗੇ ਪ੍ਰਸ਼ਾਦਾ ਪਰੋਸਿਆ, ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਤੇ ਮਾਤਾ ਗੰਗਾ ਜੀ ਦੇ ਨੇਤਰਾਂ 'ਚ ਹੰਝੂ ਡਿੱਗ ਰਹੇ ਨੇ। ਥੋੜ੍ਹਾ ਬਰਾਕ ਦੇ ਵਿੱਚ ਆਏ, ਪੁੱਛਦੇ ਨੇ ਸਤਿਗੁਰੂ ਜੀ, ਕਹਿਣ ਲੱਗੇ ਗੰਗਾ ਕੀ ਗੱਲ ਹੈ, ਅੱਜ ਤੂੰ ਬਰਾਕ ਕਰ ਰਹੀ ਹੈ? ਤੇ ਮਾਤਾ ਗੰਗਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਦੇਖੋ, ਦੁਨੀਆ ਦੇ ਲੋਕ ਇਸ ਤਰ੍ਹਾਂ ਤਾਨੇ ਮਾਰਨ ਲੱਗ ਪਏ ਨੇ। ਤੁਹਾਡੇ ਭਰਾਤਾ ਪ੍ਰਿਥੀ ਚੰਦ ਨੇ ਆਹ ਬੋਲ ਬੋਲੇ ਨੇ, ਸਤਿਗੁਰੂ ਮੇਰੇ ਘਰ 'ਚ ਬੱਚਾ ਨਹੀਂ ਹੋਇਆ, ਸੰਤਾਨ ਨਹੀਂ ਹੋਈ, ਮੈਨੂੰ ਕੋਈ ਦੁੱਖ ਨਹੀਂ ਸੀ। ਮੈਂ ਆਪ ਜੀ ਰਜਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੁੰਦੀ ਹਾਂ, ਪਰ ਜਦੋਂ ਪਾਤਸ਼ਾਹ ਸ਼ਰੀਕਾਂ ਨੇ ਮਿਹਣੇ ਮਾਰੇ ਨੇ ਨਾ,
ਸ਼ਰੀਕਾਂ ਦੇ ਮੋਲ ਮੇਰੇ ਹਿਰਦੇ ਅੰਦਰ ਬਿੰਨ ਗਏ ਨੇ, ਮੈਨੂੰ ਬਹੁਤ ਵੱਡਾ ਦੁੱਖ ਹੋਇਆ ਏ। ਤੇ ਸਤਿਗੁਰੂ ਹੁਣ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹਾਂ ਕਿ ਆਪ ਜੀ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਜੋ ਆਪ ਜੀ ਦੇ ਦਰ 'ਤੇ ਚੱਲ ਕੇ ਆਉਂਦਾ ਉਹਨਾਂ ਦੇ ਆਪ ਜੀ ਝੋਲੀਆਂ ਭਰ ਦਿੰਦੇ ਹੋ। ਤੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ਣਾ ਕਰੋ ਤਾਂ ਕਿ ਮੇਰੀ ਵੀ ਝੋਲੀ ਭਰ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਮੇਂ ਬਚਨ ਕੀਤੇ, ਕਹਿਣ ਲੱਗੇ, ਗੰਗਾ ਜਦੋਂ ਕੋਈ ਇਹੋ ਜਿਹੀ ਦਾਤ ਲੈਣੀ ਹੋਵੇ ਨਾ, ਕਿਸੇ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਦੀ ਸੇਵਾ ਕਰਨੀ ਪੈਂਦੀ ਹੈ। ਤੇ ਕਿਸੇ ਗੁਰਸਿੱਖ ਦੀ ਸੇਵਾ ਕਰੋ। ਗੁਰਸਿੱਖ ਉਹ ਹੋਵੇ ਜਿਹੜਾ ਗੁਰਸਿੱਖ ਜਿਹਦਾ ਸਾਰੇ ਸਿੱਖਾਂ ਵਿੱਚ ਸਭ ਤੋਂ ਵੱਧ ਸਤਿਕਾਰ ਹੋਵੇ। ਮਾਤਾ ਗੰਗਾ ਜੀ ਪੁੱਛਦੇ ਨੇ ਕਿ ਸਤਿਗੁਰੂ ਇਹੋ ਜਿਹਾ ਕਿਹੜਾ ਸਿੱਖ ਹੈ? ਕਹਿਣ ਲੱਗੇ, ਇਹੋ ਜਿਹਾ ਸਿੱਖ ਹੈ ਜਿਹਦਾ ਸਭ ਨਾਲੋਂ ਵੱਧ ਸਤਿਕਾਰ ਹੈ, ਉਹ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਕਿਉਂਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਸੇਵਾ ਕਰ ਰਹੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ 12 ਸਾਲ ਦੀ ਉਮਰ ਵਿੱਚ ਆ ਗਏ ਸੀ ਤੇ ਹੁਣ ਤਾਂ ਗੁਰੂ ਘਰ ਦੇ ਵਿੱਚ ਹੀ ਹਨ। ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਸਮਰਪਿਤ ਕੀਤਾ ਹੋਇਆ ਹੈ। ਜੇ ਪੁੱਤਰ ਦੀ ਦਾਤ ਲੈਣੀ ਹੈ, ਪੁੱਤਰ ਦੀ ਦਾਤ ਲੈਣ ਵਾਸਤੇ ਤੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਣਾ ਕਰ। ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰ। ਤੇ ਸਤਿਗੁਰ ਇਹ ਬਾਬਾ ਜੀ ਲਈ ਪ੍ਰਸ਼ਾਦਾ ਕਹਿੰਦੇ ਨੇ, ਗੰਢਾ ਲੈ, ਲੱਸੀ ਲੈਣਾ ਕਰ, ਦਹੀਂ ਲੈਣਾ ਕਰ, ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਇਹ ਲਿਜਾਣਾ ਕਰ ਤੇ ਬਾਬਾ ਜੀ ਫਿਰ ਵਰ ਦੇਣਗੇ। ਦੇਖੋ ਹੁਣ ਗੁਰੂ ਸਵਰਿਓ, ਸਤਿਗੁਰੂ ਆਪਣੇ ਸਿੱਖ ਨੂੰ ਸਤਿਕਾਰ ਦੇ ਰਹੇ ਨੇ ਅਸਲ ਵਿੱਚ। ਬਾਕੀ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਂਦੀ, ਹਰ ਇੱਕ ਦੀਆਂ ਝੋਲੀਆਂ ਪਾਤਸ਼ਾਹ ਜੀ ਆਪ ਭਰਦੇ ਨੇ, ਪਰ ਸਿੱਖ ਨੂੰ ਮਾਣ ਸਨਮਾਨ ਦੇਣ ਹਿੱਤ ਸਤਿਗੁਰੂ ਜੀ ਨੇ ਇਹ ਖੇਡ ਵਰਤਾਈ ਹੈ। ਹੁਣ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਇਤਿਆਦਿ ਕੀਤਾ। ਫਿਰ ਮਾਤਾ ਜੀ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰ ਰਹੇ ਨੇ। ਪ੍ਰਸ਼ਾਦਾ ਤਿਆਰ ਕੀਤਾ ਤੇ ਇਤਿਹਾਸਕਾਰ ਵੀ ਲਿਖਦੇ ਨੇ ਕਿ ਸਤਿਗੁਰੂ, ਕਈ ਇਤਿਹਾਸਕਾਰ, ਗੁਰੂ ਅਰਜਨ ਦੇਵ ਮਹਾਰਾਜ ਵੀ ਨਾਲ ਗਏ ਸਨ। ਮਾਤਾ ਗੰਗਾ ਜੀ ਤਾਂ ਗਏ ਆਪਣੀ ਸੇਵਕਾਣੀਆਂ ਦੇ ਨਾਲ, ਨੰਗੇ ਚਰਨੀ ਤੁਰ ਕੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਹੁੰਚੇ ਸੀ। ਜਦੋਂ ਹੁਣ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਕੇ ਪਹੁੰਚੇ, ਬਾਬਾ ਜੀ ਦਾ ਸਤਿਕਾਰ ਕੀਤਾ, ਸਤਿਗੁਰ ਦਾ ਆਉਣਾ ਸੁਣਿਆ, ਮਾਤਾ ਜੀ ਦਾ ਆਉਣਾ ਸੁਣਿਆ, ਬਾਬਾ ਜੀ ਗਦ-ਗਦ ਹੋਏ। ਤੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਨੇ ਕਿ ਸਤਿਗੁਰੂ ਕਿਵੇਂ ਆਉਣਾ ਹੋਇਆ? ਤੇ ਅੱਗੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮਨ 'ਚ ਭਾਵਨਾ ਜਾਗੀ ਹੈ, ਕਾਫੀ ਸਮਾਂ ਹੋ ਗਿਆ ਹੈ ਸ਼ਾਦੀ ਹੋਇਆਂ ਨੂੰ, ਪਰ ਘਰ ਵਿੱਚ ਸੰਤਾਨ ਨਹੀਂ ਹੈ। ਪੁੱਤਰ ਪ੍ਰਾਪਤੀ ਦਾ ਵਰ ਲੈਣ ਵਾਸਤੇ ਆਪ ਜੀ ਦੇ ਕੋਲ ਪਹੁੰਚੇ ਨੇ। ਤੇ ਅੱਗੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ ਆਪ ਜੀ ਤਾਂ ਅੰਤਰਜਾਮੀ ਹੋ, ਆਪ ਜੀ ਤਾਂ ਸਾਰੀ ਸੰਸਾਰ ਦੀਆਂ ਝੋਲੀਆਂ ਭਰਦੇ ਹੋ। 4 ਪ੍ਰਕਾਰ ਦੇ ਪਦਾਰਥ ਆਪ ਜੀ ਦੇ ਹੱਥ ਵਿੱਚ ਨੇ, ਜੋ ਮੰਗਦਾ ਉਹਨੂੰ ਆਪ ਜੀ ਦੇ ਦਿੰਦੇ ਨੇ। ਤੇ ਆਪਣੀ ਜਦੋਂ ਆਪਣੀ ਵਾਰੀ ਆਈ ਹੈ, ਆਪ ਜੀ ਮੇਰੇ ਕੋਲ ਚੱਲ ਕੇ, ਸਤਿਗੁਰੂ ਨਹੀਂ, ਦੇਣ ਵਾਲੇ ਆਪ ਜੀ ਹਨ ਤੇ ਅਸੀਂ ਤਾਂ ਕਲਯੁਗ ਜੀਵ ਹਾਂ ਪਾਤਸ਼ਾਹ ਜੀ। ਤੇ ਨਾਲੇ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰ ਰਹੇ ਨੇ, ਤੇ ਨਾਲੇ ਗੁਰੂ ਸਹੁਰੇ ਪ੍ਰਸ਼ਾਦਾ ਜਦੋਂ ਮਾਤਾ ਜੀ ਨੇ ਪਰੋਸ ਕੇ ਸਨਮੁਖ ਰੱਖਿਆ ਨਾ, ਕਹਿੰਦੇ ਨੇ ਆਪਣੇ ਹੱਥ ਦੇ ਨਾਲ ਮੁੱਕੀ ਮਾਰ ਕੇ ਗੰਢਾ ਭੰਨਿਆ। ਗੰਢਾ ਭੰਨ ਕੇ ਕਹਿਣ ਲੱਗੇ, ਮਾਤਾ ਜੀ ਗੁਰੂ ਘਰ ਵਿਖੇ ਇਹੋ ਜਿਹਾ ਸਾਹਿਬਜ਼ਾਦਾ ਪੈਦਾ ਹੋਵੇਗਾ, ਜਿਵੇਂ ਮੈਂ ਗੰਢਾ ਭੰਨਿਆ ਇਸ ਤਰ੍ਹਾਂ ਉਹ ਦੁਸ਼ਮਣਾਂ ਦੇ, ਬੈਰੀਆਂ ਦੇ ਸਿਰ ਭੰਨੇਗਾ। ਥੋੜ੍ਹੀ ਥੋੜ੍ਹੀ ਬੂੰਦਾਬਾਂਦੀ ਹੋਣ ਲੱਗ ਪਈ। ਬੂੰਦਾਬਾਂਦੀ ਹੋ ਰਹੀ ਹੈ
ਤੇ ਬੂੰਦਾਬਾਂਦੀ ਹੁੰਦੀ ਜਦੋਂ ਡਿੱਗਦਾ ਪਾਣੀ ਧਰਤੀ ਉੱਤੇ, ਕਹਿਣ ਲੱਗੇ ਨਾਲ ਨਾਲ ਉਹ ਨਾਮ ਅੰਮ੍ਰਿਤ ਦੀ ਵਰਖਾ ਵੀ ਕਰਨਗੇ। ਆਕਾਸ਼ ਵਿੱਚ ਬਿਜਲੀ ਲਿਸ਼ਕ ਰਹੀ ਹੈ, ਕਹਿਣ ਲੱਗੇ ਮਾਤਾ ਜੀ ਜਿਹੜਾ ਗੁਰੂ ਘਰ ਵਿਖੇ ਸਾਹਿਬਜ਼ਾਦਾ ਪੈਦਾ ਹੋਵੇਗਾ, ਪ੍ਰਗਟ ਹੋਵੇਗਾ, ਉਹਦੀ ਸ਼੍ਰੀ ਸਾਹਿਬ ਇਸ ਤਰ੍ਹਾਂ ਚਮਕੇਗੀ ਜਿਸ ਤਰ੍ਹਾਂ ਇਹ ਬਿਜਲੀ ਚਮਕ ਰਹੀ ਹੈ। ਤੇ ਗੁਰੂ ਸਵਾਰਿਓ, ਇਹ ਹੁਣ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ, ਸਾਧ ਬਚਨ ਅਟਲਾਦਾ ਕਰ ਟਾਲਿਆ ਨਹੀਂ ਜਾ ਸਕਦਾ। ਪਰ ਲੈ ਕੇ ਆਏ ਨੇ, ਸਮਾਂ ਲੰਘਿਆ ਤੇ ਫਿਰ ਉਹ ਸਮਾਂ ਆ ਗਿਆ ਜਿਸ ਵਕਤ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੰਸਾਰ ਵਿੱਚ ਆਉਣਾ ਹੋਇਆ, ਅਵਤਾਰ ਹੋਇਆ, ਸਤਿਗੁਰੂ ਜੀ ਪ੍ਰਗਟ ਹੋਏ ਨੇ। ਤੇ ਉਦੋਂ ਫਿਰ ਸਤਿਗੁਰੂ, ਗੁਰੂ ਕੀ ਬਡਾਲੀ ਨਗਰ ਸੀ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਪੈਣ ਦੇ ਨਾਲ ਨਗਰ ਦਾ ਨਾਮ ਪੈ ਗਿਆ ਗੁਰੂ ਕੀ ਬਡਾਲੀ। ਛੇਵੇਂ ਪਾਤਸ਼ਾਹ ਮਹਾਰਾਜ ਦਾ ਉਸ ਥਾਂ 'ਤੇ ਪ੍ਰਕਾਸ਼ ਹੋਇਆ। ਜਦੋਂ ਪ੍ਰਕਾਸ਼ ਹੋਇਆ ਨਾ ਸਤਿਗੁਰੂ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਖਬਰ ਪਹੁੰਚੀ ਕਿ ਸਤਿਗੁਰੂ ਆਪ ਜੀ ਨੂੰ ਵਧਾਈਆਂ, ਆਪ ਜੀ ਦੇ ਘਰ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਤੇ ਸਤਿਗੁਰੂ ਜੀ ਨੇ ਉਸ ਸਮੇਂ ਪਰਮੇਸ਼ਰ ਦਾ ਧੰਨਵਾਦ ਕੀਤਾ, ਧੰਨਵਾਦ ਕੀਤਾ। ਜੋ ਆਪਾਂ ਪਾਵਨ ਸ਼ਬਦ ਸਤਿਗੁਰੂ ਜੀ ਦਾ ਸ਼ਰਵਣ ਕਰਦੇ ਹਾਂ, ਕਈ ਵਾਰੀ ਹੁਕਮਨਾਮਾ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਕਈ ਵਾਰੀ ਆਪ ਜੀ ਨੇ ਸ਼ਰਵਣ ਕੀਤਾ ਹੈ। ਸੋਠ ਰਾਗ ਵਿੱਚ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰੱਬ ਰਹਿਆ ਸਭਨੀ ਜਾਈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਸ਼ਬਦ ਉਚਾਰਨ ਕਰਕੇ ਉਸ ਵਾਹਿਗੁਰੂ ਦਾ, ਪਰਮੇਸ਼ਰ ਦਾ ਧੰਨਵਾਦ ਕੀਤਾ। ਸੋ ਅੱਜ ਉਹ ਜਿਹੜਾ ਸਾਲਾਨਾ ਜੋੜ ਮੇਲਾ ਇਸ ਯਾਦ ਨੂੰ ਸਮਰਪਿਤ ਮਨਾਇਆ ਜਾਂਦਾ ਹੈ ਬੀੜਵਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ। 3 ਦਿਨ ਇਹ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਗੁਰੂ ਨਾਨਕ ਲੇਵਾ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਮਨਾ ਰਹੀਆਂ ਹਨ। ਸੋ ਸਾਰੀਆਂ ਸੰਗਤਾਂ ਨੂੰ ਤੇ ਬਾਬਾ ਜੀ ਦੇ ਜੋ ਮਾਤਾ ਗੰਗਾ ਜੀ ਨੂੰ ਵਰ ਦੇਣਾ ਕੀਤਾ ਸੀ, ਉਸ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਇਹੋ ਜਿਹੜੇ ਸਿੱਖ ਨੇ ਨਾ, ਇਹੋ ਜਿਹੇ ਸਿੱਖ ਉਹ ਹਰ ਸਮੇਂ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਗੁਰੂ ਗੁਰੂ ਜਪਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਸ ਗੁਰੂ ਨਾਲ ਉੱਤੇ ਬਖਸ਼ਿਸ਼ ਕਰਦਾ ਕਿ ਉਜੜ ਜਾਂਦੇ ਮਾਰਗ ਪਾਏ। ਜੇਕਰ ਕੋਈ ਉਜੜਿਆ ਹੋਵੇ, ਭਾਵ ਕੁਰਾਹੇ ਪਿਆ ਹੋਵੇ, ਕੁਰਾਹੇ ਪਿਆ ਨੂੰ ਸਤਿਗੁਰੂ ਜੀ ਫਿਰ ਮਾਰਗ ਪਾ ਦਿੰਦੇ ਨੇ। ਹੁਣ ਇੱਥੋਂ ਤੱਕ ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਬੜਾ ਸਨਮਾਨ ਦੇਣਾ ਕੀਤਾ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਆਪਣੀ ਰਸਨਾ ਦੇ ਨਾਲ ਸਿੱਖ ਦੀ ਵਡਿਆਈ, ਸਿੱਖ ਦੀ ਮਹਿਮਾ ਲਿਖਣਾ ਕੀਤੀ ਹੈ। ਪਰ ਸਿੱਖ ਹੋਵੇ ਨਾਮ ਧਾਰੀਕ, ਨਾਮ ਜਪਣ ਵਾਲਾ, ਲਿਬਾਸ ਵਾਲਾ ਸਿੱਖ ਨਹੀਂ। ਤੇ ਸਤਿਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਸੂਹੀ ਰਾਗ ਵਿੱਚ ਪਾਤਸ਼ਾਹ ਦਾ ਸ਼ਬਦ ਹੈ, ਨਾਮ ਹੈ ਗੁਰਬਾਣੀ ਦਾ ਨਾਮ ਹੈ ਗੁਣਵੰਤੀ, ਸਰਲੇਖ ਹੈ ਗੁਣਵੰਤੀ, ਜਿਹਦੇ 'ਚ ਗੁਣ ਨੇ। ਫਿਰ ਅੱਗੇ ਸਤਿਗੁਰੂ ਜੀ ਨੇ ਇੱਕ ਉਹ ਸ਼ਬਦ 'ਚ ਬਚਨ ਕੀਤੇ, ਕਹਿਣ ਲੱਗੇ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਭ ਨਿਭ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸੜਾ, ਮੇਰਾ ਮਨ ਅੰਤ ਨ ਕਾਹੂ ਜਾਏ ਜੀਓ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਭ ਨਿਭ ਲਾਗੋ ਪਾਏ ਜੀਓ। ਕਿੰਨਾ ਸਤਿਕਾਰ! ਜਿੰਨੇ ਵੀ ਪੀਰ ਪੈਗੰਬਰ ਔਲੀਏ ਹੋਏ ਨੇ, ਅਵਤਾਰ ਹੋਏ ਨੇ, ਕਿਸੇ ਅਵਤਾਰੀ ਪੁਰਸ਼ ਨੇ ਆਪਣੇ ਪਿਆਰਿਆਂ ਨੂੰ ਇੰਨਾ ਸਨਮਾਨ ਨਹੀਂ ਦੇਣਾ ਕੀਤਾ ਜਿੰਨੇ ਸਤਿਗੁਰੂ ਦੇ ਰਹੇ ਹਨ। ਪਰ ਹੋਵੇ ਗੁਰਸਿੱਖੜਾ, ਗੁਰਸਿੱਖੜਾ ਭਾਵ ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲਾ। ਦੁਨੀਆ ਇੱਕ ਪਾਸੇ ਹੋ ਜਾ, ਸਿੱਖ ਇੱਕ ਪਾਸੇ ਹੋ ਜਾਏ। ਦੁਨੀਆ ਦੇ ਲੋਕ ਕਹਿਣ ਨਹੀਂ ਭਾਈ ਆਹ ਇਸ ਤਰ੍ਹਾਂ ਹੈ,
तो सिख कहता तुहाडी मत अनुसार इस तरह है, पर मेरे गुरु की मत है, गुरु ने आख्या इस तरह है, जिमें मेरे गुरु ने आख्या मैं उस तरह करना है। दुनिया के लोगों की फिर परवाह नहीं करता। इस तरह जिहड़े इहो जे गुरमुख प्यारे गुरु के सिख ने, नाम रसीए ने, उन्हां उत्ते सतगुरु फिर बख्शां करते हैं। इसे प्रकार ही भाई साहब भाई गुरदास जी नूं पुछो, भाई गुरदास जी बहुत ज़्यादा मान सन्मान सिखां नूं दे रहे ने। भाई गुरदास जी दे बचन कहंदे ने, कुरबानी तिन्हां गुरसिखां पिछल राती उठ बहंदे, कुरबानी तिन्हां गुरसिखां, कहंदे ने उन्हां गुरसिखां तो मैं कुरबान हाँ, अमृत बेलै सर ना बंदे, तिन्हां गुरसिखां होए एक मन गुर जाप जपंदे। कहंदे उन्हां सिखां तो कुरबान पिछल राती भाव जिहड़ी पहर रात रहिंदी, जिन्हों सतगुरु कहंदे ने अमृत वेला सच नाओ वडियाई विचार, उस ओ समय नूं सतगुरु का रात का चौथा पहर, जिवें दिन का चौथा पहर शाम नूं तकरीबन 3 बजे तो शुरू हो जाता है, तो इस तरह जिहड़ा रात का चौथा पहर है गुरु सवारियो, वो जदों अमृत वेला जिन्हों आप आखते हैं तो 12 बजे तो बाद वो शुरू हो जाता है। तो वो सतगुरु कहते हैं कि चौथे पहर उठ के जिहड़े कहते हैं नाम जपते ने, बंदगी करते हैं, इशनान इत्यादि कर क्रिया सोध के वाहिगुरु की याद विच बैठ जाते ने, ऐसे गुरसिखां तो मैं सदके हाँ कुरबान हाँ। का कुरबानी तिन्हां गुरसिखां अमृत वेला सर ना बंदे। प्रतख तौर पर जो अमृत सरोवर, क्योंकि पुरातन समयां दे विच गुरु पातशाह दे काल समय जिथे तां एक पानी की बड़ी घाट सी, दूजा जात पात का वितकरा बहुत ज़्यादा सी, ते सतगुर ने इस जात पात के वितकरे नूं खत्म करन लई ते पानी की घाट नूं दूर करन दे लई पातशाह ने तीर्थ रचना कीते। तीसरे पातशाह गुरु अमरदास पातशाह ने बौली की सृजना की। गुरु रामदास पातशाह महाराज ने फिर गुरु सर रामदास सरोवर तैयार शुरुआत करवाई है, तो गुरु अर्जन देव महाराज ने फिर वो संपूर्ण कराया, उस सरोवर नूं संपूर्ण कराया। तो उहदे विच गुरु सवारियो, तो उस सरोवर दे विच गुरु नानक लेवा संगतां बड़ी शरधा भाव जिथे तन का इशनान करदियां ने, उत्थे मन का इशनान नाम बाणी का अभ्यास करके करते हैं। तो सतगुरु कहते इहो जे सिखां तो मैं कुरबान हाँ, जिहड़े नाम रूपी सरोवर विच प्रतख सरोवर विच इशनान करते हैं, उन्हां तो मैं कुरबान हाँ, जिहड़े होए एक मन गुर जाप जपंदे। इकागर चित हो के गुरु दे बख्शे हुए मंत्र वाहिगुरु गुरु मंत्र है, जप हो मैं खोई, जप मन सत नाम सदा सत नाम, हलत पलत मुख उजल होई है, नित ध्याइया हर पुरख निरंजना। इस तरह उस वाहिगुरु का बार बार नाम जपते हैं। वो प्रभु दे प्यारे इस तरह गुरु सवारियो, तो सतगुरु कहते ने इस तरह पातशाह जी इत्थे बख्शिश कर रहे हैं। कहते गुरु की करदा उजड़िया होया नूं मार्ग पाण वाला। इस करके अगली पंक्ति बख्शिश कर रहे हैं, तिस गुर सेव सदा दिन राती, दुख भंजन संग सखाता है। ऐसे गुरु नूं सेवना कर, किमें दिन राती सदी भी काल लई, सास गरास द्वारा गुरु नूं चेते कर, गुरु की टहल सेवा कर। गुरु करदा की है, कहंदे दुख भंजन संग सखाता है। गुरु का बख्शिया होया नाम गुरु पातशाह जी साडे दुखां नूं भंजन खत्म करन वाले ने, ते संग सखातक सखे दी न्याई सतगुरु जी, मित्र दी न्याई सतगुरु जी अपने सिख दी हर समय सहायता करते हैं। जेकर गुरु के दरबार विच कोई मानी अबमानी चढ़ के आ जाए ना,
ਤੇ ਸਤਿਗੁਰੂ ਆਪਣੇ ਸਿੱਖਾਂ ਦੀ ਫਿਰ ਵੀ ਲਾਜ ਰੱਖਦੇ ਨੇ, ਸਿੱਖਾਂ ਦੀ ਬਾਂਹ ਪਕੜਦੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੀਵਾਨ ਸਜੇ ਨੇ। ਉਹਨਾਂ ਦੀਵਾਨਾਂ ਦੇ ਵਿੱਚ ਜਿੱਥੇ ਭਾਈ ਨੰਦ ਲਾਲ ਸਿੰਘ, ਜੋ ਅੰਮ੍ਰਿਤ ਛਕ ਕੇ ਭਾਈ ਨੰਦ ਲਾਲ ਸਿੰਘ ਬਣੇ ਨੇ, ਤੇ ਪਹਿਲਾ ਨਾਮ ਨੰਦ ਲਾਲ, ਜਦੋਂ ਔਰੰਗਜ਼ੇਬ ਜਬਰੀ ਨੂੰ ਮੁਸਲਮਾਨ ਬਣਾਉਣ ਲੱਗੇ ਆ, ਇਹਨੂੰ ਪਤਾ ਲੱਗੇ ਆ, ਇਹ ਰਾਤੋਂ ਰਾਤ ਭੱਜ ਕੇ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਆ। ਆਨੰਦਪੁਰ ਸਾਹਿਬ ਆ ਕੇ ਪਹੁੰਚ ਗਏ ਕਿ ਇੱਥੇ ਮੇਰਾ ਧਰਮ ਵੀ ਬਚ ਜਾਵੇਗਾ, ਤੇ ਇਸ ਥਾਨ 'ਤੇ ਆ ਕੇ ਮੇਰਾ ਜਿਹੜਾ ਹੈ, ਨਾਲੇ ਮੇਰਾ ਧਰਮ ਬਚੇਗਾ, ਮੈਂ ਸੇਵ ਹੋਵਾਂਗਾ, ਤੇ ਨਾਲੇ ਸਤਿਗੁਰ ਦੀ ਟਹਿਲ ਸੇਵਾ ਦਾ ਮੌਕਾ ਮਿਲ ਜਾਵੇ। ਹੁਣ ਵਿਦਵਾਨ ਬੜਾ ਸੀ, ਅਰਬੀ ਫਾਰਸੀ ਪੜ੍ਹੇ ਹੋਏ ਸਨ। ਜਦੋਂ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੀ, ਆ ਕੇ ਮੱਥਾ ਟੇਕਿਆ, ਸਾਰੀ ਘਟਨਾ ਭਾਈ ਨੰਦ ਲਾਲ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੁਣਾਈ ਕਿ ਇਸ ਤਰ੍ਹਾਂ ਪਾਤਸ਼ਾਹ ਮੈਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ, ਮੈਂ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨਾ ਚਾਹੁੰਦਾ ਹਾਂ। ਦੱਸਿਆ ਕਿ ਪਾਤਸ਼ਾਹ ਮੈਂ ਫਾਰਸੀ ਵੀ ਜਾਣਦਾ, ਮੈਂ ਬ੍ਰਿਜ ਭਾਸ਼ਾ ਜਾਣਦਾ, ਮੈਂ ਆਹ ਜਾਣਦਾ, ਕਈ ਭਾਸ਼ਾਵਾਂ ਇਹਨਾਂ ਜਿਹੜੀਆਂ ਗਨਾਣਾ ਕੀਤੀਆਂ। ਕਲਗੀਧਰ ਪਾਤਸ਼ਾਹ ਸੁਣਦੇ ਗਏ ਜਿਹਾ ਕਿ ਮੈਂ ਬੜਾ ਵਿਦਵਾਨ ਆ, ਨੁਕਨੂ ਹੋ ਜਾਂਦਾ ਹੈ। ਤੇ ਭਾਈ ਨੰਦ ਲਾਲ ਜੀ, ਤੇ ਜਦੋਂ ਥੋੜਾ ਸੀ ਨਾ, ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਪਾਤਸ਼ਾਹ ਮੈਨੂੰ ਕੀ ਹੁਕਮ ਹੈ? ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਲੰਗਰਾਂ ਵਿੱਚ ਜਾ ਕੇ ਜੂਠੇ ਬਰਤਨ ਧੋਇਆ ਕਰ, ਸੰਗਤ ਦੀਆਂ ਪੱਤਲਾਂ ਸਾਂਭ, ਬਰਤਨ ਸਾਫ਼ ਕਰ, ਲੰਗਰ ਤਿਆਰ ਕਰਵਾ ਨਾਲ ਹੋ ਕੇ। ਹੁਣ ਜਦੋਂ ਭਾਈ ਨੰਦ ਲਾਲ ਜੀ ਨੇ ਇਹ ਸੁਣਿਆ, ਮਨ 'ਚ ਵਿਚਾਰ ਕਰਦਾ ਕਿ ਮਨਾ ਐਡਾ ਵੱਡਾ ਮੈਂ ਵਿਦਵਾਨ, ਲੋਕ ਮੈਨੂੰ ਸਲਾਮਾਂ ਕਰਦੇ, ਸਜਦਾ ਕਰਦੇ ਹਨ, ਤੇ ਗੁਰੂ ਨੂੰ ਮੇਰੇ ਇੰਨੀ ਵਿਦਵਤਾ ਦੀ ਕਦਰ ਹੀ ਨਹੀਂ ਹੈਗੀ। ਮੈਂ ਦੱਸਿਆ ਵੀ ਹੈ ਕਿ ਪਾਤਸ਼ਾਹ ਮੈਂ ਆਹ ਪੜ੍ਹਿਆ, ਮੈਂ ਆਹ ਪੜ੍ਹਿਆ ਹੋਇਆ ਹਾਂ, ਤੇ ਸਤਿਗੁਰੂ ਮੈਨੂੰ ਕਹਿੰਦੇ ਬਰਤਨ ਧੋਣਾ ਕਰ। ਪਰ ਹੁਕਮ ਮੰਨਿਆ, ਮਨ ਸ਼ੰਕਾ ਕੀਤੀ, ਹੁਕਮ ਦੀ ਪਾਲਣਾ ਕੀਤੀ, ਤੇ ਬਰਤਨ ਸੋਧਣ ਲੱਗ ਪਏ। ਬਰਤਨ ਸੋਧਦੇ ਜਾ ਰਹੇ ਨੇ, ਤੇ ਸੋਧਦਿਆਂ ਜਿਉਂ ਆਖਿਆ ਕਿ ਨਾਲ ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖਣਾ, ਸਿਮਰਨ ਕਰਨਾ ਹੈ, ਇਕੱਲੀ ਸੇਵਾ ਨਹੀਂ ਕਰਨੀ, ਸਿਮਰਨ ਵੀ ਕਰਨਾ ਨਾਲ। ਤੇ ਮਨ ਦਾ ਜਿਹੜਾ ਹੰਕਾਰ ਸੀ ਨਾ, ਉਹ ਹੌਲੀ ਹੌਲੀ ਦੂਰ ਹੁੰਦਾ ਗਿਆ। ਕੁਝ ਦਿਨਾਂ ਬਾਅਦ ਕਹਿੰਦੇ ਨੇ ਭਾਈ ਨੰਦ ਲਾਲ ਦੇ ਮਨ 'ਚ ਇੰਨੀ ਨਿਮਰਤਾ ਆ ਗਈ। ਜੋ ਨਿਮਰਤਾ ਆਈ ਤੇ ਮਨ ਨਾਲ ਵਿਚਾਰ ਕੀਤੀ ਕਿ ਮਨਾ ਇਹ ਨਿਮਰਤਾ ਕਿੱਥੋਂ ਆਈ ਹੈ, ਕਿਵੇਂ ਆ ਗਈ ਮੇਰੇ ਮਨ 'ਚ? ਮੈਨੂੰ ਤਾਂ ਪਹਿਲਾਂ ਆਪਣੀ ਵਿਦਵਤਾ ਦਾ ਇੰਨਾ ਮਾਣ ਸੀ, ਤੇ ਨਿਮਰਤਾ ਕਿਵੇਂ ਆਈ ਹੈ? ਫਿਰ ਵਿਚਾਰ ਕੀਤੀ ਕਿ ਮਨਾ ਬਰਤਨ ਸੋਧਣ ਦੇ ਨਾਲ ਇਹ ਮੇਰੇ ਮਨ 'ਚ ਨਿਮਰਤਾ ਉੱਤੇ ਸ਼ੰਕਾ ਕਰਦਾ ਸੀ ਕਿ ਗੁਰੂ ਨੇ ਮੈਨੂੰ ਝੂਠੇ ਬਰਤਨ ਧੋਣ ਲਈ ਲਾਤਾ, ਐਡੇ ਵੱਡੇ ਵਿਦਵਾਨ ਨੂੰ, ਤੇ ਸਤਿਗੁਰ ਨੇ ਮੇਰਾ ਮਾਣ ਦੂਰ ਕੀਤਾ ਹੈ। ਤੇ ਅੱਜ ਤੋਂ ਬਾਅਦ ਹੁਣ ਮੈਂ ਗੁਰੂ ਦਾ ਦਰ ਛੱਡ ਕੇ ਕਦੇ ਨਹੀਂ ਜਾਣਾ, ਜੋ ਮਰਜ਼ੀ ਹੋ ਜਾਵੇ। ਹੁਣ ਮੇਰੇ ਲਈ ਮੇਰਾ ਗੁਰੂ ਕੈਸਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਸਲਾਹ ਵਿੱਚ ਭਾਈ ਨੰਦ ਲਾਲ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਗੁਰੂ ਗੋਬਿੰਦ। ਹਰ ਸਰੀਰ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ, ਸਰੀਰ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦਾ ਹੈ। ਕਾਰ ਵਿੱਚ ਨੂਰ ਨੇ, ਚਸ਼ਮੇ ਨੇ, ਉਹਨਾਂ ਚਸ਼ਮਿਆਂ ਦੇ ਵਿੱਚ, ਉਹਨਾਂ ਨੂਰਾਂ ਦੇ ਵਿੱਚ ਮੈਨੂੰ ਹੋਰ ਕੋਈ ਦਿਖਾਈ ਨਹੀਂ ਦਿੰਦਾ। ਮੈਨੂੰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਤੋਂ ਬਿਨਾਂ ਦੂਜਾ ਕੋਈ ਦਿਖਦਾ ਹੀ ਨਹੀਂ ਹੈ। ਇੰਨਾ ਪ੍ਰੇਮ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਬਣ ਗਿਆ। ਫਿਰ ਦੇਖੋ 52 ਕਵੀ ਸਤਿਗੁਰ ਦੇ ਦਰਬਾਰ ਵਿੱਚ, 52 ਇਹ ਮੁੱਖ ਸੀ ਭਾਈ ਨੰਦ ਲਾਲ ਸਿੰਘ ਜੀ,
कवि सैनापति जी ये मुखी सिख सन, मुखी ये कवि सी। जदों सतगुरु जी आनंदपुर साहिब कवियां नूं सत्कार दे रहे ने, कोई भी कविता लैके आंदा सतगुरु नूं सुणांदा ते सतगुरु बड़ा धन दिंदे ने, उन्हां दी गरीबी दूर करते हैं। कहते इस तरह एक अभिमानी कवि आ गया जिहदा नाम इतिहासकारां ने लिखना किया भाई चंदन। चंदन कवि आया, चंदन कवि ने एक कविता ते कविता तैयार करके गुरु कलगीधर पातशाह ते कहन लग्या सतगुरु विचों कोई कवि विद्वान होवे जिहड़ा मेरी कविता दे अर्थ कर सके। कोई है सतगुरु इहो जिहा? पढ़ के देखो पातशाह। सतगुरु कहन लगे ऐ चंदन कवि तू अपनी कविता दा मान करदा है। कहन लगे तेरी इस कविता दे साडे विद्वान कवि दा अर्थ छिण मात्र विच कर देणगे। तेरी कविता कुछ भी नहीं है। साडे जिहड़ा घाही सिख ने ना, जिहड़ी गुरु घर की सेवा करने वाले घोड़ियां नूं संभालदे ने, पशु डंगरां नूं संभालदे ने, जिहड़े हर समय यही सेवा च लगे रहिंदे ने, कहंदे वो सिख भी साडी इस कविता दी वधिया तेरे नाल वधिया अर्थ कर देणगे। जदों गुरु कलगीधर पातशाह ने आखिया चंदन कवि कहण लगे इंज किवें हो सकदा, मैं एडा बड़ा विद्वान मेरी कविता दे अर्थ कोई नहीं कर सकदा। सतगुरु कहंदे ठीक है भाई। कहंदे ने भाई सिंह निहारी डंगरां नूं घाह पाना इत्यादक ना सिंह जी करते हुंदे सी। दिन सेवा करी जानी। कलगीधर पातशाह ने सामने जान आवाज दी, भाई धन्ना सिंह गुरु की आवाज़ ते भाई धन्ना सिंह दे कन्नां विच पई है। ते भाई धन्ना सिंह जी सतगुर की हजूरी विच आया कि सजदा कीता, नमस्कार कीती है। नमस्कार कीती। सतगुरु कहन लगे भाई धन्ना सिंह आ चंदन कवि आया है, इन्हें एक कविता बनाई है, इस कविता दे अर्थ करके विखा। सत बचन जी सत बचन आखे ते गुरु सवारियो एक एक पंक्ति दे कई कई अर्थ कर दिते। देख के हैरान हो गया। वो अर्थ भी करदे जिहड़े उस चंदन कवि नूं पता नहीं सी। ते गुरु पातशाह कहन लगे भाई चंदन तैनू अपनी विदवता दा मान है। हुण देख साडा सिख भाई धन्ना जी धन्ना सिंह कविता उच्चारण करेगा ते तू भाई धन्ना सिंह की कविता दे अर्थ करके दिखाई। भाई धन्ने जी ने गुरु सवार जो कविता रची सतगुर के सामने उत्थे ही बैठे ने, मुखों उचारी ते नाल लिख दी ते सामने रख दी। चंदन कवि दे कहन लगे अर्थ करके बका। चंदन कवि देखदा ते कदे गुरु कलगीधर पातशाह वल तकदा, कदे वो भाई धन्ना सिंह वल तकदा, कदे अपनी मूर्खता उत्ते हसदा कि मैं कित्थे जाके मत्था ला लिया। मैनू अपनी विदवता का इन्ना मान सी ते गुरु कलगीधर पातशाह उत्ते इन्नी वड्डी बख्शिश है सतगुरु सिखां उत्ते गुरु दी, जिथे बड़े बड़े विद्वान कवि जिन्होंने सतगुरु मान सन्मान दे रहे ने, उत्थे घोड़ियां नूं सांभण वाले, लिद्दां घोड़ियां दी लिद्दां सांभण वाले, को इस तरह पशु डंगरां नूं संभाल करन वाले, वो भी एडे एडे विद्वान ने। तो ये मना इत्थे तां अपना जोर नहीं दिखाया जा सकदा, इत्थे तां केवल मन विच निमरता चाहिदी है। तो उदों गुरु सवारे फिर ये सतगुर दे चरनां डिग पिया। कहण लग्या पातशाह खिमा करनी, मैनू अपनी विदवता का मान सी, हंकार सी कि मैं बड़ा विद्वान हाँ, ते सतगुरु तेरे दर विच तेरे दर ते तां बिल्कुल मैं जीरो हाँ। पातशाह मेरे ते बख्शिश कर, मैनू भी अपने इन्हां कवि जनां विच इन्हां दी गिणती शामिल करना कर के नाले मैं तुहाडे जस कविता उच्चारण करा, नाले सतगुरु तुहाडी टहल सेवा करता रहां।
इंज गुरु पातशाह जी उजड़ जांदे मार्ग पाए। है तां कवि सी ना, पर कुराहे पै गया सी। कुराहे पिया होया सी ते कुराहे पिया नूं सतगुरू ने राह पा दिता, माण दूर कर दिता। ते गुरु एडा वड्डा ढाढा है, कुराहे पिया नूं मार्ग पाउंदा है। कहंदे ऐसे गुरु नूं भाई सेव सदा दिन राती, दिन रात ऐ जीव तू सेवना कर, चेते कर दुख भंजन संग सखाता है। गुरु की करदा है? दुखां नूं भंजन खत्म करन वाला। गुरु संग सखाता है। इंज गुरु सवारे साडे जिन्ने भी कीते होए सानू जिवें एक सखा मित्र, असली मित्र, जिवें बिपता दे समय जीव दी अपने असली मित्र सच्चे मित्र की सहायता करदा ना, इंज गुरु हर समय साडी सहायता करन वाला है, साडे दुखां नूं खत्म करन वाला है। गुर की भगत करहै क्या प्राणी, ब्रह्म इंद्र महेश न जानी। सतगुरु जी अगले पदे विच बख्शिश करते हैं, कहंदे हे प्राणाधारी जीव, तू गुरु की भगती की की कदर करेगा? तू गुरु की भगती की कदर नहीं कर सकता कि तू तां की करेगा। इत्थों तक जिहड़े बड़े बड़े देवते होए ने, ब्रह्मे जैसे, इंद्र जैसे, महेश शिव जी जैसे, वो भी कहते गुरु की भगती बात कुछ जान नहीं सकते हैं। ताइयों भट्ट भल्ले जी ने गुरु अमरदास पातशाह सिफत सलाह च बचन कीते ने ना कि घन हर बूंद बसोर मावल, कुसम बसंत गनंत न आवै, रव सस किरण उदर सागर को, गंग तरंग अंत को पावै, रुद्र ध्यान ज्ञान सतगुर के, कब जन भल उन्ह जो गावै, भल्ले अमरदास गुण तेरे, तेरी उपमा तोहे बण आवै। हे भल्लियां दी कुल दे गहने स्वरूप सतगुरु गुरु अमरदास पातशाह महाराज जी, आप जी दी उपमा, आप जी दी वडियाई आप जी नूं ही बण आउंदी है। इस करके जीव तू की गुरु की भगती की कदर करेगा? तेरे बस की गल नहीं है। बड़े बड़े ब्रह्मा जैसे, विष्णु जैसे, महेश जैसे, इंद्र देवते जैसे, वो भी गुरु की गत नूं जान नहीं सके, वो भी इस तरह वो भी कदर नहीं कर सके हैं। गुरु बेअंत है तो इन्हां साडी सारे कलयुगी जीवां की तुछ बुद्धि है, तो आपां गुरु की सिफत सलाह की कर सकते हैं। इस करके पातशाह जी समझा रहे ने, अगली पंक्ति बख्शिश करते हैं, सतगुर अलख कहो क्यों लखी है, जिस बख्शे तिस है पछाता है। सतगुरु की ने अलख, जो लखिया नहीं जा सकता। जिमें परमेश्वर है, परमेश्वर अलख निरंजन है। निरंजन माया की कालकुत रहत, अलख जिहदे बाबत कुछ जानिया नहीं जा सकता। बहुत सारे भगत जन गुरमुख प्यारे बखरे बखरे तरीके दे नाल वाहिगुरु की आराधना कर रहे हैं, पर गुरु सवारे जेकर कोई ये सोचे कि असी परमात्मा का अंत पा लिया, अंत नहीं कोई पा सकता। जिहदा कोई हद बन्ना नहीं है, आप उहदा अंत किवें पा लवांगे? जपजी साहिब की पावन बाणी पढ़ते हैं तो जपजी साहिब की पावन बाणी च पातशाह ने आख दिता, कहन लगे अंत कारण केते बिल लाहे ताकि अंत ना पाए जाए। उस वाहिगुरु का अंत नहीं पाया जा सकता, पर हाँ इन्ना जरूर है जो वाहिगुरु के आपां गुण गाने शुरू कर दईए तो कुछ कु गुण फिर गुण गाउण वाले दे अंदर पैदा हो जाते हैं। परमेश्वर के गुण उत्पन्न हो जाते हैं तो वो गुणों के राही फिर वो जिहड़े जीव ने वो गुरमुख प्यारे भगत जन संत महापुरख फिर लोकाई का भला करते हैं तो वो परमेश्वर के गुण उन्होंने पैदा हो जाते। परमेश्वर का अंत कोई नहीं पा सकता।
ਤੇ ਇਸ ਕਰਕੇ ਕਹਿੰਦੇ ਸਤਿਗੁਰੂ ਤਾਂ ਅਲੱਖ ਨੇ, ਲੱਖਣਾਂ ਤੋਂ ਰਹਿਤ ਹਨ, ਲੱਖੇ ਨਹੀਂ ਜਾ ਸਕਦੇ ਹਨ। ਦੱਸੋ ਭਾਈ, ਕਹੋ ਕਿਉਂ ਲੱਖੀਏ? ਦੱਸੋ ਭਾਈ, ਕਿਵੇਂ ਉਹਨੂੰ ਲੱਖਣਾ ਕਰੀ, ਕਿਵੇਂ ਜਾਣਨਾ ਕਰੀਏ? ਜਿਸ ਬਖਸ਼ੇ ਤਿਸ ਹੈ ਪਛਾਤਾ ਹੈ। ਪਰ ਗੱਲ ਇਹ ਹੈ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਆਪ ਬਖਸ਼ਿਸ਼ ਕਰਦਾ, ਗੁਰੂ ਕਿਰਪਾ ਕਰਦਾ, ਕਹਿ ਤਿਸ ਹੈ ਪਛਾਤਾ ਹੈ, ਉਹੀ ਫਿਰ ਪਰਮੇਸ਼ਰ ਨੂੰ ਪਹਿਚਾਣਦਾ। ਉਹ ਪਰਮੇਸ਼ਰ ਨੂੰ ਪਹਿਚਾਣਦਾ ਕਿਵੇਂ ਹੈ? ਉਹਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਨਜ਼ਰ ਆਉਂਦੀ ਹੈ। ਪਰਮੇਸ਼ਰ ਦਾ ਕੋਈ ਰੂਪ ਰੰਗ ਨਹੀਂ ਹੈ, ਕਿਉਂਕਿ ਉਹ ਤਾਂ ਇੱਕ ਨਿਰਗੁਣ ਸਰੂਪ ਹੈ। ਪਰ ਜਿੰਨੇ ਵੀ ਜੀਵ ਦੇਖਦੇ ਨੇ, ਚਾਹੇ ਇਸਤਰੀ ਹੈ, ਪੁਰਸ਼ ਹੈ, ਪਸ਼ੂ ਪੰਛੀ ਇਤਿਆਦਿ, ਉਹ ਸਾਰਿਆਂ ਵੱਲ ਤੱਕਦੇ ਨੇ ਅਤੇ ਉਹ ਅੰਦਰ ਦੀ ਮੂਲ ਸੂਰਤ ਦੇ ਅੰਦਰ ਸੂਰਤ ਕੀ ਹੈ ਅਤੇ ਬਾਹਰ ਕੀ ਹੈ, ਬਾਹਰ ਨਹੀਂ ਦੇਖਦੇ। ਉਹ ਅੰਦਰ ਉਹਨਾਂ ਨੂੰ ਗੁਰੂ ਸਾਰੇ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਫਿਰ ਉਹ ਕਹਿੰਦੇ ਨੇ ਸਭ ਜੋਤ ਤੇਰੀ ਜਗ ਜੀਵ ਪੁਰਖ ਨਿਰੰਜਨਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ। ਇਸ ਤਰ੍ਹਾਂ ਫਿਰ ਸਾਰੀਆਂ ਥਾਵਾਂ 'ਤੇ ਉਹ ਵਾਹਿਗੁਰੂ ਨੂੰ ਦੇਖਦੇ ਨੇ, ਵਾਹਿਗੁਰੂ ਨੂੰ ਲੈਂਦੇ ਨੇ। ਤਾਈਓ ਉਹ ਜਿਹੜੇ ਗੁਰਮੁਖ ਪਿਆਰੇ ਕਿਸੇ ਦਾ ਬੁਰਾ ਨਹੀਂ ਕਰਦੇ, ਹਰ ਇੱਕ ਦਾ ਭਲਾ ਲੋਚਦੇ ਨੇ, ਕਿਉਂਕਿ ਹੁਣ ਸਾਰਿਆਂ ਦੇ ਵਿੱਚ ਵਾਹਿਗੁਰੂ ਨਜ਼ਰ ਆਉਂਦਾ। ਦੇਖੋ ਭਾਈ ਕਨ੍ਹਈਆ ਜੀ ਦੀ ਆਪਾਂ ਸਾਰੇ ਸਾਖੀ ਜਾਣਦੇ ਹਾਂ। ਅਨੰਦਪੁਰ ਸਾਹਿਬ ਵਿਖੇ ਜੰਗ ਹੋ ਰਿਹਾ, ਦੁਸ਼ਮਣ ਦਲ ਸਤਿਗੁਰ ਦੇ ਸਿੰਘਾਂ ਨੂੰ ਖਤਮ ਕਰ ਰਹੇ ਨੇ, ਸਿੰਘ ਦੁਸ਼ਮਣਾਂ ਨੂੰ ਖਤਮ ਕਰ ਰਹੇ ਨੇ, ਅਤੇ ਭਾਈ ਕਨ੍ਹਈਆ ਜੀ ਨੇ ਸਫੇਦ ਰੰਗ ਦੇ ਵਸਤਰ ਪਹਿਨੇ ਹੋਏ ਹਨ। ਕਦੇ ਦੁਸ਼ਮਣ ਦੇ ਟੋਲੇ ਵਿੱਚ ਚਲੇ ਜਾਂਦੇ ਨੇ, ਕਦੇ ਦੁਸ਼ਮਣ ਦੇ ਟੋਲੇ ਵਿੱਚੋਂ ਸਿੱਖਾਂ ਦੇ ਟੋਲੇ ਵਿੱਚ ਆ ਜਾਂਦੇ ਨੇ। ਕਾਰਨ ਕੀ ਹੈ ਕਿ ਭਾਈ ਕਨ੍ਹਈਆ ਜੀ ਨੂੰ ਸਾਰਿਆਂ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਨਜ਼ਰ ਆਉਂਦੇ ਨੇ। ਦੁਸ਼ਮਣ ਵੀ ਕੁਝ ਨਹੀਂ ਆਖਦੇ ਉਹਨਾਂ ਨੂੰ, ਅਤੇ ਸਿੱਖਾਂ ਨੇ ਤਾਂ ਕੀ ਆਖਣਾ ਹੈ? ਪਰਉਪਕਾਰ ਵਾਲਾ ਕੰਮ ਕਰਦੇ ਸੀ। ਜੋ ਸਿੱਖਾਂ ਨੇ ਜਾ ਕੇ ਸ਼ਿਕਾਇਤ ਕੀਤੀ ਕਲਗੀਧਰ ਪਾਤਸ਼ਾਹ ਦੇ ਚਰਨ ਕੇ, ਪਾਤਸ਼ਾਹ ਅਸੀਂ ਮਸਾਂ ਦੁਸ਼ਮਣਾਂ ਨੂੰ ਮਾਰਦੇ ਹਾਂ, ਅਤੇ ਪਰ ਤੁਹਾਡਾ ਸਿੱਖ ਭਾਈ ਕਨ੍ਹਈਆ ਜੀ ਜਾ ਕੇ ਉਹਨੂੰ ਜਲ ਛਕਾਉਂਦਾ, ਉਹ ਫਿਰ ਉੱਠ ਕੇ ਲੜਨ ਲਈ ਤਿਆਰ ਹੋ ਜਾਂਦੇ ਨੇ। ਭਾਈ ਕਨ੍ਹਈਆ ਜੀ ਨੂੰ ਸੱਦਿਆ ਗਿਆ। ਭਾਈ ਕਨ੍ਹਈਆ ਜੀ ਨੂੰ ਕਹਿਣ ਲੱਗੇ ਕਿ ਤੁਹਾਡੀ ਸ਼ਿਕਾਇਤ ਪਹੁੰਚੀ ਹੈ, ਤੁਸੀਂ ਦੁਸ਼ਮਣਾਂ ਨੂੰ ਜਲ ਛਕਾਉਂਦੇ ਹੋ। ਅਤੇ ਭਾਈ ਕਨ੍ਹਈਆ ਜੀ ਨੇ ਹੱਥ ਜੋੜੇ ਕਿ ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਣ ਦਿਖਾਈ ਨਹੀਂ ਦਿੰਦਾ, ਮੈਨੂੰ ਤਾਂ ਸਾਰਿਆਂ ਵਿੱਚ ਸਤਿਗੁਰੂ ਆਪ ਜੀ ਦੀ ਜੋਤ ਦਿਖਾਈ ਦਿੰਦੀ ਹੈ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਕਰ ਰਹੇ ਨੇ, ਸਤਿਗੁਰ ਦੇ ਫੱਟ ਲੱਗਿਆ ਅਤੇ ਸਤਿਗੁਰੂ ਜ਼ਖਮੀ ਹਾਲਤ ਵਿੱਚ ਧਰਤੀ ਉੱਤੇ ਬੈਠੇ ਹੋਏ ਨੇ ਅਤੇ ਮੰਗ ਰਹੇ ਨੇ ਪਾਣੀ। ਅਤੇ ਸਤਿਗੁਰੂ ਸਿੱਖ ਦਾ ਕੰਮ ਹੈ ਕਿ ਆਪਣੇ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ, ਅਤੇ ਸਤਿਗੁਰੂ ਮੈਂ ਤੁਹਾਡਾ ਸਿੱਖ ਹਾਂ ਅਤੇ ਅੱਗੋਂ ਸਤਿਗੁਰੂ ਮੈਂ ਜਲ ਭੇਟਾ ਕਰਦਾ, ਤੁਹਾਨੂੰ ਜਲ ਛਕਾਉਂਦਾ, ਅਤੇ ਮੈਨੂੰ ਤਾਂ ਸਤਿਗੁਰੂ ਕੋ ਦੁਸ਼ਮਣ ਨਹੀਂ ਦਿਖਾਈ ਦਿੰਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ। ਮੈਨੂੰ ਤਾਂ ਪਾਤਸ਼ਾਹ ਆਪ ਜੀ ਦਿਖਾਈ ਦਿੰਦੇ ਨੇ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਲੈ ਭਾਈ ਕਨ੍ਹਈਆ ਜਿੱਥੇ ਤੂੰ ਜਲ ਛਕਾਉਂਦਾ ਹੈ ਬੱਟੀ ਵੀ ਨਾਲ ਕਰਿਆ ਕਰ। ਇਹੋ ਜਿਹਾ ਜੀਵਨ ਇਹ ਹੈ ਜਿਸ ਬਖਸ਼ੇ ਤਿਸ ਹੈ ਪਛਾਤਾ ਹੈ। ਜਿਹਦੇ ਉੱਤੇ ਮਾਲਕ ਬਖਸ਼ਿਸ਼ ਕਰਦਾ ਨਾ, ਫਿਰ ਉਹੀ ਗੁਰੂ ਸਵਾਰੇ ਸਾਰੀਆਂ ਥਾਵਾਂ 'ਤੇ ਇੱਕ ਬ੍ਰਹਮ ਨੂੰ, ਇੱਕ ਪਰਮੇਸ਼ਰ ਨੂੰ ਪਛਾਤਾ ਹੈ, ਪਛਾਣ ਲੈਂਦੇ ਹਨ। ਇਹ ਗੁਰੂ ਪਾਤਸ਼ਾਹ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਅੰਤਰ ਪ੍ਰੇਮ ਪ੍ਰਾਪਤ